हेलो नाइन्थ क्लास स्टूडेंट्स होप यू आर इन गुड ਹੈਲਥ ਐਂਡ ਸਪਿਰਿਟਸ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਅਸਾਈਨਮੈਂਟ ਨੰਬਰ 4 ਜਿਹੜੀ ਕਿ ਤੁਸੀਂ ਡੇਲੀ ਅਸਾਈਨਮੈਂਟਸ ਦੇ ਰੂਪ ਦੇ ਵਿੱਚ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਜਿਹੜੀਆਂ ਅਸਾਈਨਮੈਂਟਸ ਮਿਲ ਰਹੀਆਂ ਹਨ ਉਹਦੇ ਬਾਰੇ ਗੱਲ ਕਰਾਂਗੇ। ਸੋ ਇਨ ਦਿਸ ਵੀਡੀਓ ਵੀ ਵਿਲ ਡਿਸਕਸ ਅਬਾਊਟ ਦੀ ਸਪੀਡ ਐਂਡ ਵੈਲੋਸਿਟੀ ਕਿ ਗਤੀ ਕੀ ਹੈ ਐਂਡ ਵੈਲੋਸਿਟੀ ਜਿਹਨੂੰ ਆਪਾਂ ਵੇਗ ਕਹਿੰਦੇ ਹਨ ਉਹ ਕੀ ਹੈ ਐਂਡ ਵਾਟ ਇਜ਼ ਦੀ ਡਿਫਰੈਂਸ ਬਿਟਵੀਨ ਦੀਜ਼ ਟੂ। ਗਤੀ ਨੂੰ ਆਪਾਂ ਪਹਿਲੇ ਡਿਸਕਸ ਕਰਦੇ ਹਾਂ। ਗਤੀ ਕੀ ਹੈ? ਜਦੋਂ ਕੋਈ ਵਸਤੂ ਸਮੇਂ ਦੇ ਬਦਲਾਵ ਨਾਲ ਆਪਣੇ ਆਲੇ ਦੁਆਲੇ ਦੇ ਸੰਬੰਧ ਵਿੱਚ ਆਪਣੀ ਸਥਿਤੀ ਵਿੱਚ ਪਰਿਵਰਤਨ ਕਰਦੀ ਹੈ ਉਸ ਨੂੰ ਗਤੀ ਕਹਿੰਦੇ ਹਨ। ਉਦਾਹਰਨ ਦਿੱਤੀ ਹੋਈ ਹੈ। ਉਦਾਹਰਨ ਵਜੋਂ ਜਦੋਂ ਅਸੀਂ ਬੱਸ ਵਿੱਚ ਸਫ਼ਰ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਆਪਣੇ ਨਾਲ ਬੈਠੇ ਯਾਤਰੀ ਦੇ ਸੰਬੰਧ ਵਿੱਚ ਸਥਿਰ ਅਵਸਥਾ ਵਿੱਚ ਹੁੰਦੇ ਹਾਂ, ਪਰੰਤੂ ਸੜਕ, ਦਰਖਤ ਅਤੇ ਹੋਰ ਵਾਹਨਾਂ ਆਦਿ ਦੇ ਸੰਬੰਧ ਵਿੱਚ ਗਤੀ ਵਿੱਚ ਹੁੰਦੇ ਹਾਂ। ਸੋ ਜਦੋਂ ਅਸੀਂ ਕਿਸੇ ਵੀ ਵਹੀਕਲ ਦੇ ਵਿੱਚ ਟਰੈਵਲ ਕਰਦੇ ਹਾਂ, ਜੋ ਫਾਰ ਐਗਜ਼ਾਮਪਲ ਅਸੀਂ ਬੱਸ ਦੇ ਵਿੱਚ ਮੂਵ ਕਰ ਰਹੇ ਹਾਂ ਅਤੇ ਜਿਹੜਾ ਸਾਡਾ ਨਾਲ ਪੈਸੰਜਰ ਬੈਠਾ ਹੋਇਆ ਹੈ ਉਹ ਵੀ ਸਾਡੇ ਦੇ ਨਾਲ ਸੇਮ ਸਪੀਡ ਦੇ ਨਾਲ ਮੂਵ ਕਰ ਰਿਹਾ ਹੈ। ਸੋ ਜੇ ਆਪਾਂ ਆਪਣੇ ਨੂੰ ਉਹਦੇ ਕੰਪੈਰੇਟਿਵ ਲੈ ਕੇ ਦੇਖਾਂਗੇ ਅਤੇ ਜਿਹੜੀ ਸਾਡੀ ਸਪੀਡ ਹੈ ਦੈਟ ਇਜ਼ ਕਿ ਉਹ ਦੋਨੇ ਆਪਾਂ ਮੂਵ ਕਰ ਰਹੇ ਹਾਂ, ਸੋ ਸਾਡੇ ਨਾਲ ਸਥਿਰ ਅਵਸਥਾ ਵਿੱਚ ਹੋਏਗਾ। ਬਟ ਜੇ ਆਪਾਂ ਜਦੋਂ ਬਾਹਰ ਸ਼ੀਸ਼ੇ ਵੱਲ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਪੇੜ ਪੌਦੇ ਜਿਹੜੇ ਹਨ ਉਹ ਪਿੱਛੇ ਨੂੰ ਜਾ ਰਹੇ ਹਨ, ਜਾਂ ਹੋਰ ਵੀ ਜਿਹੜੇ ਉੱਥੇ ਫਾਰ ਐਗਜ਼ਾਮਪਲ ਪੋਲ ਹੈ ਉੱਥੇ ਪਿੱਛੇ ਨੂੰ ਮੂਵ ਕਰ ਰਿਹਾ ਹੈ, ਜਾਂ ਕੋਈ ਪਰਸਨ ਜਿਹੜਾ ਹੈ ਮੂਵ ਕਰ ਰਿਹਾ ਹੈ। ਸੋ ਉਹ ਜਿਹੜੇ ਹਨ ਉਹ ਜਦੋਂ ਆਪਾਂ ਰੈਲੇਟਿਵ ਮੋਸ਼ਨ ਦੀ ਗੱਲ ਕਰਦੇ ਹਾਂ ਅਤੇ ਉਹ ਕਿਸੇ ਨਾ ਕਿਸੇ ਸਪੀਡ ਦੇ ਨਾਲ ਜਿਹੜੇ ਹਨ ਉਹ ਸਾਡੇ ਤੋਂ ਮੂਵ ਕਰਦੇ ਹੁੰਦੇ ਹਨ। ਸੋ ਦਿਸ ਇਜ਼ ਅਬਾਊਟ ਦੀ ਰੈਲੇਟਿਵ ਮੋਸ਼ਨ। ਹੁਣ ਸਪੀਡ ਜਿਹਨੂੰ ਆਪਾਂ ਗਤੀ ਨੂੰ ਆਪਾਂ ਸਪੀਡ ਵੀ ਕਹਿੰਦੇ ਹਾਂ, ਗਤੀ ਜਿਹਨੂੰ ਆਪਾਂ ਮੋਸ਼ਨ ਕਹਿ ਦਿੰਦੇ ਹਾਂ। ਮੋਸ਼ਨ ਦਾ ਮਤਲਬ ਕੀ ਹੈ ਕਿ ਜਦੋਂ ਆਪਾਂ ਕਿਸੇ ਸਪੀਡ ਦੇ ਨਾਲ ਮੂਵ ਕਰ ਰਹੇ ਹਾਂ। ਐਗਜ਼ਾਮਪਲ ਆਪਾਂ ਦੇਖ ਲਈ ਹੈ। ਹੁਣ ਮੋਸ਼ਨ ਜਿਹੜੇ ਹਨ ਉਹ ਦੋ ਤਰ੍ਹਾਂ ਦੇ ਹੋ ਸਕਦੇ ਹਨ, ਯੂਨੀਫਾਰਮ ਮੋਸ਼ਨ ਅਤੇ ਨਾਨ ਯੂਨੀਫਾਰਮ ਮੋਸ਼ਨ। ਯੂਨੀਫਾਰਮ ਮੋਸ਼ਨ ਦਾ ਮਤਲਬ ਕੀ ਹੈ ਕਿ ਜਦੋਂ ਆਪਾਂ ਇਕੁਅਲ ਡਿਸਟੈਂਸ ਜਿਹੜਾ ਹੈ ਇਕੁਅਲ ਇੰਟਰਵਲ ਆਫ ਟਾਈਮ ਦੇ ਵਿੱਚ ਤੈਅ ਕਰ ਰਹੇ ਹਾਂ ਉਹਨੂੰ ਆਪਾਂ ਯੂਨੀਫਾਰਮ ਮੋਸ਼ਨ ਕਹਿ ਦਿੰਦੇ ਹਾਂ। ਫਾਰ ਐਗਜ਼ਾਮਪਲ ਜੇ ਮੈਂ ਇਸ ਪੁਆਇੰਟ ਤੋਂ ਸ਼ੁਰੂ ਕੀਤਾ ਹੈ, ਮੈਂ 1 ਘੰਟੇ ਵਿੱਚ 10 ਕਿਲੋਮੀਟਰ ਡਿਸਟੈਂਸ ਕਵਰ ਕੀਤਾ ਹੈ, ਉਹ ਤੋਂ ਅਗਲੇ ਫਿਰ 1 ਘੰਟੇ ਦੇ ਵਿੱਚ 10 ਕਿਲੋਮੀਟਰ ਡਿਸਟੈਂਸ ਕਵਰ ਕੀਤਾ ਹੈ, ਅਗਲੇ 1 ਘੰਟੇ ਦੇ ਵਿੱਚ ਫਿਰ 10 ਕਿਲੋਮੀਟਰ ਡਿਸਟੈਂਸ ਕਵਰ ਕੀਤਾ ਹੈ। ਇਹਦਾ ਮਤਲਬ ਕੀ ਹੈ ਕਿ ਮੈਂ ਸੇਮ ਟਾਈਮ ਦੇ ਵਿੱਚ ਜਿਹੜਾ ਸੇਮ ਡਿਸਟੈਂਸ ਕਵਰ ਕਰ ਰਿਹਾ ਹਾਂ ਦੈਟ ਇਜ਼ ਟਾਈਮ ਇਹਦੇ ਵਿੱਚ ਕਿੰਨਾ ਆ ਜਾਏਗਾ 1 ਆਵਰ 1 ਆਵਰ 1 ਆਵਰ। ਸੋ ਇਹਦਾ ਮਤਲਬ ਕੀ ਹੈ ਕਿ ਮੈਂ ਇੱਕ ਯੂਨੀਫਾਰਮ ਮੋਸ਼ਨ ਦੇ ਵਿੱਚ ਮੂਵ ਕਰ ਰਿਹਾ ਹਾਂ। ਅਤੇ ਨਾਨ ਯੂਨੀਫਾਰਮ ਮੋਸ਼ਨ ਜਦੋਂ ਜਿਹੜੀ ਮੇਰੀ ਸਪੀਡ ਹੈ ਉਹ ਟਾਈਮ ਦੇ ਨਾਲ ਜਿਹੜਾ ਹੈ ਡਿਸਟੈਂਸ ਉਹ ਚੇਂਜ ਕਰਦੀ ਹੈ। ਸੋ ਵੈਨ ਬੋਡੀ ਕਵਰਸ ਅਨਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲ ਆਫ ਟਾਈਮ। ਜਦੋਂ ਅਨਇਕੁਅਲ ਡਿਸਟੈਂਸ ਫਾਰ ਐਗਜ਼ਾਮਪਲ ਜਦੋਂ ਮੈਂ ਪਹਿਲੇ 1 ਘੰਟੇ ਦੇ ਵਿੱਚ ਮੰਨ ਲਓ 5 ਕਿਲੋਮੀਟਰ ਡਿਸਟੈਂਸ ਕਵਰ ਕਰਦਾ ਹਾਂ, ਅਗਲੇ 1 ਘੰਟੇ ਦੇ ਵਿੱਚ ਮੈਂ 15 ਕਿਲੋਮੀਟਰ ਡਿਸਟੈਂਸ ਕਵਰ ਕਰਦਾ ਹਾਂ, ਉਸ ਤੋਂ ਅਗਲੇ 1 ਘੰਟੇ ਦੇ ਵਿੱਚ ਮੈਂ 12 ਕਿਲੋਮੀਟਰ ਡਿਸਟੈਂਸ ਕਵਰ ਕਰਦਾ ਹਾਂ। ਸੋ ਟਾਈਮ 'ਤੇ ਮੈਂ 1 ਘੰਟਾ ਹੀ ਲੈ ਰਿਹਾ ਹਰ ਫਰੇਮ ਦੇ ਵਿੱਚ, ਬਟ ਹਰ 1 ਘੰਟੇ ਦੇ ਵਿੱਚ ਮੈਂ ਅਲੱਗ-ਅਲੱਗ ਜਿਹੜਾ ਡਿਸਟੈਂਸ ਹੈ ਉਹ ਕਵਰ ਕਰ ਰਿਹਾ ਹਾਂ। ਸੋ ਇਹ ਵਾਲੀ ਮੋਸ਼ਨ ਨੂੰ ਮੈਂ ਕੀ ਕਹਾਂਗਾ? ਇਹਨੂੰ ਮੈਂ ਨਾਨ ਯੂਨੀਫਾਰਮ ਮੋਸ਼ਨ ਕਹਾਂਗਾ, ਵਿਚ ਮੀਨਸ ਵੈਨ ਆਈ ਕਵਰਸ ਅਨਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲ ਆਫ ਟਾਈਮ ਦੈਟ ਇਜ਼ ਨੋਨ ਐਜ਼ ਨਾਨ ਯੂਨੀਫਾਰਮ ਮੋਸ਼ਨ। ਸੋ ਆਓ ਇਹਦੇ ਨਾਲ ਰਿਲੇਟਡ ਆਪਾਂ ਪਹਿਲੇ ਪੰਜਾਬੀ ਦੇ ਵਿੱਚ ਵੀ ਡਿਸਕਸ ਕਰ ਲਈਏ। ਸੋ ਪੰਜਾਬੀ ਦੇ ਵਿੱਚ ਯੂਨੀਫਾਰਮ ਮੋਸ਼ਨ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਦੈਟ ਇਜ਼ ਇੱਕ ਸਮਾਨ ਵੇਗ, ਇੱਕ ਸਮਾਨ ਗਤੀ। ਦੈਟ ਇਜ਼ ਕਿ ਜਿਹੜੀ ਮੇਰੀ ਸਪੀਡ ਹੈ ਉਹ ਯੂਨੀਫਾਰਮ ਹੈ, ਉਹ ਇੱਕ ਸਮਾਨ ਹੈ ਹਰ ਟਾਈਮ ਇੰਟਰਵਲ ਦੇ ਵਿੱਚ। ਅਤੇ ਆਸਮਾਨ ਗਤੀ ਕਿ ਮੇਰੀ ਜਿਹੜਾ ਡਿਸਟੈਂਸ ਹੈ ਉਹ ਹਰ ਟਾਈਮ ਇੰਟਰਵਲ ਦੇ ਵਿੱਚ ਜਿਹੜਾ ਹੈ ਉਹ ਚੇਂਜ ਹੋ ਰਿਹਾ ਹੈ, ਉਹ ਅਨਇਕੁਅਲ ਹੈ। ਸੋ ਉਸ ਕੇਸ ਦੇ ਵਿੱਚ ਜਿਹੜੀ ਮੇਰੀ ਗਤੀ ਹੋਏਗੀ ਉਹਨੂੰ ਮੈਂ ਅਸਮਾਨ ਗਤੀ ਕਹਾਂਗਾ। ਸੋ ਕੁਐਸਚਨ ਹੈ, ਦੋ ਵਸਤੂਆਂ A ਅਤੇ B ਦੀ ਗਤੀ ਨੂੰ ਸਾਰਣੀ ਵਿੱਚ ਦਿਖਾਇਆ ਗਿਆ ਹੈ। ਪਤਾ ਕਰੋ ਕਿਹੜੀ ਵਸਤੂ ਦੀ ਗਤੀ ਸਮਾਨ ਹੈ ਅਤੇ ਕਿਹਦੀ ਜਿਹੜੀ ਗਤੀ ਉਹ ਅਸਮਾਨ ਹੈ।
सो हुण ए ते बी जिहड़े हन वो सानू दिते हुए हैं। सो ए जिहड़ा है वो 9 वजे दोने स्टार्ट डिस्टेंस जिहड़ा है वो अपने टाइम तो चलना शुरू करते हैं। सो फॉर एग्जांपल ओ पॉइंट तो उन्होंने चलना शुरू किया 9 वजे। सो दिस इज़ ए, इत्थे आपां थल्ले बी नूं ड्रा कर लेने हाँ। ए जिहड़ा है उन्हें 9 तो 10 वजे तक जिहड़ा है कितना डिस्टेंस कवर किया 10 मीटर। फिर 10 तो 11 वजे तक भी उन्हें 10 मीटर जिहड़ा है वो डिस्टेंस कवर कर रहा है। सो 9 तो 10, 10 तो 11 जिहड़ा है वो टोटल उन्हें कितना डिस्टेंस जिहड़ा है वो कवर कर लिया 9 तो जिहड़ा 11 वजे तक जिहड़ा 30 मीटर का जिहड़ा डिस्टेंस कवर कर लिया। और हर टाइम इंटरवल दे विच उन्हें जिहड़ा है वो 9 तो 10 भी उन्हें 1 घंटा लिया, 10 तो 11 भी 1 घंटा लिया। सो उन्हें जिहड़ा है वो इक्वल डिस्टेंस जिहड़ा है वो इक्वल टाइम दे विच जिहड़ा है कवर कर रहा है। सो ए जिहड़ा है वो जिहड़ा है उहदी गति की है, दैट इज़ समान गति है, जिन्हों आपां यूनीफॉर्म मोशन कह दिंने हाँ। तो बी की जे आपां गल करिए, बी ने जिहड़ा पहले घंटे दे विच जिहड़ा है 12 मीटर डिस्टेंस कवर किया, दूसरे घंटे दे विच वो 23 मीटर ते पहुँच गया, यानी कि 12 तो लैके 23 फिर उन्हें 11 मीटर का डिस्टेंस कवर किया। फिर तीसरे टाइम दे विच उन्हें 23 तो लैके 37 तक यानी कि 14 मीटर का डिस्टेंस कवर किया। सो इस केस दे विच तुसीं देख सकते हो कि जिहड़ा बी है वो अनइक्वल डिस्टेंस जिहड़ा है वो कवर कर रहा है। सो इस करके बी की जिहड़ी गति है वो की है, वो असमान गति है, जिन्हों आपां नॉन यूनीफॉर्म मोशन भी कह सकते हाँ। सो ए जिहड़ा है दैट इज़ यूनीफॉर्म एंड जिहड़ा बी है वो की है, दैट इज़ नॉन यूनीफॉर्म मोशन दे नाल मूव कर रहा है। सो आई होप कि तुहानूं जिहड़ा है यूनीफॉर्म मोशन ते नॉन यूनीफॉर्म मोशन दे बारे बहुत ही वधिया तरीके नाल एग्जाम्पल दे थ्रू तुहानूं समझ आ गया होएगा। एंड तुसी जिहड़ा है एक समान गति ते असमान गति दे विच जिहड़ा है डिफरेंस भी बहुत वधिया तरीके नाल लिख सकते हो। तुसी डेफिनेशन दे थ्रू समझा सकते हो कि यूनीफॉर्म मोशन की है, when body covers equal distance in equal interval of time, that is uniform motion। and non uniform motion की है when body covers unequal distance in equal interval of time, ਉਹਨੂੰ ਆਪਾਂ आसमान मोशन या नॉन यूनीफॉर्म मोशन। तो तुसी ये एग्जाम्पल दे नाल 2-3 पॉइंट के थ्रू बहुत ही वधिया तरीके नाल इनू समझा सकते हो। आई होप कि तुहानूं ये जिहड़ी वीडियो है ये उहदे बारे समझ आ गया होएगा। सो इस तरह दी होर वीडियोज़ देखने के लिए ये जुड़े रहो साडे नाल। टिल दैन गुड बाय, सी यू इन द नैक्सट वीडियो।